परम सत्कारयोग सतगुरां दी साजी निवाजी गुरु रूप प्यारी गुरु सवारी साध संगत जी, ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਦੇ ਯਤਨ ਕੀਤੇ ਨੇ। ਪਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰੂ ਦਰਬਾਰ ਦੀਆਂ ਨਿੱਤਾਂ ਪ੍ਰਤੀ ਹਾਜ਼ਰੀਆਂ ਭਰਦੇ ਹਾਂ। ਰੱਬ ਦੇ ਪਿਆਰਿਆਂ ਦੀ ਇਹ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਹੀ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ। ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦਾ ਰਹਿੰਦਾ ਹੈ। ਦੁਨੀਆਦਾਰੀ ਦੇ ਵਿੱਚ ਖਚਤ ਹੋਏ ਮਨੁੱਖ ਦੀ ਇਹ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਗਿਲੇ ਸ਼ਿਕਵਿਆਂ ਦੇ ਨਾਲ ਭਰਿਆ ਹੁੰਦਾ ਹੈ। ਉਹਦੇ ਕੁਝ ਸ਼ਿਕਵੇ ਹੁੰਦੇ ਨੇ ਦੁਨੀਆਦਾਰੀ ਦੇ ਪ੍ਰਤੀ, ਕੁਛ ਆਪਣੇ ਪਰਿਵਾਰ ਪ੍ਰਤੀ, ਕੁਛ ਆਪਣੇ ਪ੍ਰਤੀ, ਅਤੇ ਜਿਹੜੇ ਪੂਰਨ ਰੂਪ ਦੇ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਖੁਸ਼ ਨਹੀਂ ਹੋਏ, ਕਿਤੇ ਨਾ ਕਿਤੇ ਗਿਲਾ ਸ਼ਿਕਵਾ ਪਰਮਾਤਮਾ ਦੇ ਘਰ 'ਤੇ ਵੀ ਕਰਦੇ ਨੇ। ਭਾਵੇਂ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੀ ਬਿਲਕੁਲ ਵੀ ਜਾਂਚ ਨਹੀਂ ਆਈ, ਪਰ ਉਹ ਗਿਲੇ ਸ਼ਿਕਵੇ ਜ਼ਰੂਰ ਕਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਤੁੱਛ ਮਾਤਰ ਵੀ ਗਿਆਨ ਨਹੀਂ ਹੈ। ਔਰ ਗਿਲੇ ਸ਼ਿਕਵੇ ਕਰਨੇ ਇਹ ਉਹਨਾਂ ਦੇ ਹਿੱਸੇ ਦੇ ਵਿੱਚ ਹੀ ਆਇਆ ਹੈ ਜਿਹੜੇ ਪਰਮਾਤਮਾ ਬਾਰੇ ਕੁਛ ਵੀ ਨਹੀਂ ਜਾਣਦੇ, ਔਰ ਪਰਮਾਤਮਾ ਨੂੰ ਉਹਨਾਂ ਨੇ ਕਦੇ ਮੰਨਿਆ ਹੀ ਨਹੀਂ। ਜਿਸ ਮਨੁੱਖ ਨੇ ਪਰਮਾਤਮਾ ਨੂੰ ਕਦੇ ਮੰਨਿਆ ਨਹੀਂ ਹੈ, ਐਸਾ ਮਨੁੱਖ ਗਿਲੇ ਸ਼ਿਕਵਿਆਂ ਦੇ ਨਾਲ ਸਾਰੀ ਜ਼ਿੰਦਗੀ ਭਰਿਆ ਰਹਿੰਦਾ ਹੈ ਅਤੇ ਸਾਰੀ ਜ਼ਿੰਦਗੀ ਉਹ ਆਪਣੀ ਜਿਹੜੀ ਹੈ ਇਸੇ ਤਰ੍ਹਾਂ ਹੀ ਗੁਜ਼ਾਰ ਦਿੰਦਾ ਹੈ, ਗਿਲੇ ਸ਼ਿਕਵਿਆਂ ਵਿੱਚ। ਭਾਵੇਂ ਉਹ ਪਰਿਵਾਰ ਵਿੱਚ ਰਹੇ, ਭਾਵੇਂ ਸਮਾਜ ਦੇ ਵਿੱਚ ਰਹੇ, ਭਾਵੇਂ ਉਹ ਰਾਜਨੀਤੀ ਵਿੱਚ ਰਹੇ, ਭਾਵੇਂ ਉਹ ਧਰਮ ਦੇ ਵਿੱਚ ਰਹੇ, ਤੋ ਸਾਰੀ ਜ਼ਿੰਦਗੀ ਉਸ ਦੇ ਅੰਦਰੋਂ ਗਿਲੇ ਸ਼ਿਕਵੇ ਜਨਮ ਲੈਂਦੇ ਰਹਿੰਦੇ ਨੇ। ਰੱਬ ਦੇ ਜਿਹੜੇ ਭਗਤ ਨੇ ਉਹ ਤਾਂ ਸ਼ੁਕਰਾਨੇ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਕਿ ਪਰਮਾਤਮਾ ਜੋ ਕੁਛ ਤੂੰ ਦਿੱਤਾ ਹੈ ਇਹ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ ਪਰਮਾਤਮਾ ਕਿ ਜਿਹੜੀ ਜ਼ਿੰਦਗੀ ਦਿੱਤੀ ਹੈ, ਇਹਨੂੰ ਭੋਜਨ ਮਿਲ ਰਿਹਾ, ਹਵਾ ਪਾਣੀ ਮਿਲ ਰਿਹਾ, ਰਹਿਣ ਵਾਸਤੇ ਮਕਾਨ ਨੇ, ਬਸਤਰ ਨੇ, ਬੜਾ ਕੁਛ ਹੈ ਇਸ ਕੋਲ। ਸ਼ੁਕਰ ਹੈ ਪਰਮਾਤਮਾ। ਉਹ ਹਮੇਸ਼ਾ ਸ਼ੁਕਰ ਦੇ ਵਿੱਚ ਹੀ ਜ਼ਿੰਦਗੀ ਆਪਣੀ ਬਤੀਤ ਕਰਦੇ ਨੇ। ਔਰ ਇਹ ਸਬਰ ਅਤੇ ਸ਼ੁਕਰ ਇਹ ਵੀ ਜਦੋਂ ਭਗਤ ਧੰਨਾ ਜੀ, ਜਿਨ੍ਹਾਂ ਨੇ 2 ਸ਼ਲੋਕ ਗੁਰਬਾਣੀ ਦੇ ਵਿੱਚ ਦਰਜ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਭਗਤ ਧੰਨਾ ਜੀ ਸ਼ੁਕਰ ਵੀ ਜਿਹੜਾ ਹੈ, ਸਾਨੂੰ ਇਸ ਗੱਲ ਦਾ ਪਤਾ ਤੇ ਹੋਵੇ ਕਿ ਸ਼ੁਕਰ ਕਿਵੇਂ ਕਰੀਦਾ, ਸਬਰ ਕਿਵੇਂ ਕਰੀਦਾ। ਭਗਤ ਧੰਨਾ ਜੀ ਖੇਤ ਦੇ ਵਿੱਚ ਆਪਣੀ ਕਿਰਤ ਕਮਾਈ ਕਰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿੰਨੇ ਭਗਤ ਨੇ ਇਹ ਉਹਨਾਂ ਭਗਤਾਂ ਦੀ ਗੁਰਬਾਣੀ ਹੀ ਦਰਜ ਕੀਤੀ ਗਈ ਹੈ ਜਿਹੜੇ ਭਗਤ ਆਪਣੀ ਕਿਰਤ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ। ਕਿਰਤੀ ਮਨੁੱਖਾਂ ਦੀ, ਇੰਝ ਕਹਿ ਲਓ ਕਿ ਕਿਰਤੀ ਸਰੀਰ ਸਨ, ਕਿਰਤੀ ਭਗਤ ਸਨ, ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਜਿਨ੍ਹਾਂ ਨੇ ਆਪਣੇ
ਧੰਦੇ ਨੂੰ ਧਰਮ ਬਣਾਇਆ। ਉਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਦਰਜ ਹੈ। ਔਰ ਜਿਹਨੇ ਧਰਮ ਨੂੰ ਧੰਦਾ ਬਣਾਇਆ ਉਹਨੂੰ ਤੇ ਸਮਾਜ ਦੇ ਵਿੱਚ ਇੱਕ ਦਿਨ ਵਿੱਚ ਕਰੋੜਾਂ ਵਾਰੀ ਲਾਹਨਤਾਂ ਪੈਂਦੀਆਂ ਨੇ, ਉਹਨਾਂ ਨੂੰ ਤੇ ਲਾਹਨਤਾਂ ਪੈਂਦੀਆਂ ਨੇ। ਕਿਰਤੀ ਭਗਤ ਰੱਬ ਦਾ, ਭਗਤ ਧੰਨਾ ਜੀ ਖੇਤਾਂ ਦੇ ਵਿੱਚ ਕਮਾਈ ਕਰਦੇ ਨੇ। ਉਹਨਾਂ ਦੇ ਕੋਲ 4 ਸਾਧੂ ਆਏ, ਕਹਿਣ ਲੱਗੇ ਭਾਈ ਸਾਨੂੰ ਕੁਝ ਅਨਾਜ ਚਾਹੀਦਾ ਹੈ, ਸਾਡੇ ਕੋਲ ਅਨਾਜ ਨਹੀਂ ਹੈ। ਭਗਤ ਧੰਨਾ ਜੀਆਂ ਨੇ ਖੇਤ ਦੇ ਵਿੱਚ ਇੱਕ ਵਿਛਾਈ ਵਿਛਾ ਕੇ ਤੇ ਉਹਨਾਂ ਨੂੰ ਬਿਠਾ ਲਿਆ। ਚਲੋ ਜਿੰਨਾ ਤੁਹਾਨੂੰ ਅਨਾਜ ਚਾਹੀਦਾ ਹੈ, ਉਸ ਵਕਤ ਭਗਤ ਧੰਨਾ ਜੀ ਅਨਾਜ ਵੱਢ ਰਹੇ ਸਨ। ਤੇ ਪੁਰਾਤਨ ਸਮਿਆਂ ਦੇ ਜ਼ਮਾਨੇ ਹੁੰਦੇ ਸਨ ਕਿ ਜਦੋਂ ਅਨਾਜ ਦੀ ਵਾਢੀ ਹੁੰਦੀ, ਉਦੋਂ ਜਿਹੜੇ ਅਨਾਜ ਲੈਣ ਵਾਲੇ ਸਨ ਉਹ ਜਿੱਥੇ ਅਨਾਜ ਨੂੰ ਵੱਢਿਆ ਜਾ ਰਿਹਾ ਸੀ ਉਸੇ ਜਗ੍ਹਾ 'ਤੇ ਜਾ ਕੇ ਅਨਾਜ ਲੈ ਲੈਂਦੇ ਸਨ। ਹਜੇ ਤੱਕ ਵੀ ਕਈ ਪਿੰਡਾਂ ਦੇ ਵਿੱਚ ਇਹ ਰਿਵਾਜ ਹੈ ਕਿ ਜਿਨ੍ਹਾਂ ਨੇ ਅਨਾਜ ਮੰਗਣਾ ਹੁੰਦਾ ਹੈ ਉਹ ਖੇਤਾਂ ਦੇ ਵਿੱਚ ਜਾ ਕੇ ਮੰਗਦੇ ਨੇ। ਭਗਤ ਧੰਨਾ ਜੀਆਂ ਨੇ ਅਨਾਜ ਸੀ ਜਿਹੜਾ ਉਹ ਕਹਿਣ ਲੱਗਾ ਮੇਰੇ ਕੋਲ ਜਿੰਨਾ ਕੁ ਹੈ ਮੈਂ ਤੁਹਾਨੂੰ ਦੇ ਦਿੰਦਾ। ਤੇ ਉਹਨਾਂ ਨੇ ਜਿਹੜਾ ਅਨਾਜ ਸੀਗਾ ਉਹ ਬੰਨ੍ਹ ਦਿੱਤਾ ਤੇ ਕੁਝ ਵਚਨ ਕੀਤੇ। ਉਹ ਕਹਿਣ ਲੱਗੇ ਤੁਸੀਂ ਜੇ ਤੁਹਾਨੂੰ ਤੁਸੀਂ ਕਰਦੇ ਕੀ ਹੋ, ਜੇ ਮੰਨ ਲਓ ਤੁਹਾਨੂੰ ਅਨਾਜ ਨਾ ਮਿਲੇ, ਭੋਜਨ ਨਾ ਮਿਲੇ। ਉਹਨਾਂ ਨੇ ਬੜਾ ਸੋਚ ਸਮਝ ਕੇ ਜਵਾਬ ਦਿੱਤਾ। ਭਗਤ ਧੰਨਾ ਜੀਆਂ ਨੂੰ ਉਹ ਕਹਿਣ ਲੱਗੇ ਜੇ ਤੇ ਸਾਨੂੰ ਅਨਾਜ ਮਿਲ ਜਾਵੇ ਫਿਰ ਤੇ ਅਸੀਂ ਸ਼ੁਕਰ ਕਰਦੇ ਹਾਂ, ਜੇ ਨਾ ਅਨਾਜ ਮਿਲੇ ਤੇ ਫਿਰ ਅਸੀਂ ਸਬਰ ਕਰ ਲੈਂਦੇ ਹਾਂ, ਫਿਰ ਅਸੀਂ ਸਬਰ ਕਰ ਲੈਂਦੇ ਹਾਂ। ਜਦ ਇਹ ਵਚਨ ਉਹਨਾਂ ਨੇ ਸੋਚ ਸਮਝ ਕੇ ਕਿਹਾ ਤੇ ਅੱਗਿਓਂ ਭਗਤ ਧੰਨਾ ਜੀ ਉਹ ਕਹਿਣ ਲੱਗੇ, ਕਹਿੰਦੇ ਇਹ ਸਬਰ ਤੇ ਸ਼ੁਕਰ ਤੇ ਮੇਰੀ ਗਲੀ ਦਾ ਕੁੱਤਾ ਵੀ ਕਰ ਲੈਂਦਾ। ਉਹਨੂੰ ਜੇ ਭੋਜਨ ਪਾ ਦਈਏ ਤੇ ਸ਼ੁਕਰਗੁਜ਼ਾਰ ਹੋ ਜਾਂਦਾ ਹੈ, ਜੇ ਨਾ ਭੋਜਨ ਪਾਈਏ ਤੇ ਗਲੀ ਦੇ ਵਿੱਚ ਬੈਠਾ ਰਹਿੰਦਾ ਹੈ। ਇਹ ਤੇ ਉਹ ਵੀ ਕਰ ਲੈਂਦਾ। ਬੜੀ ਵੱਡੀ ਗੱਲ ਭਗਤ ਧੰਨਾ ਜੀਆਂ ਨੇ ਕਹੀ, ਬੜੀ ਵੱਡੀ ਗੱਲ। ਮਨੁੱਖ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਰਹਿੰਦਾ ਹੈ, ਪਰਮਾਤਮਾ ਤੇਰਾ ਸ਼ੁਕਰ ਹੈ ਤੂੰ ਇੰਨਾ ਕੁਝ ਦਿੱਤਾ। ਜੋ ਕੁਛ ਤੂੰ ਨਹੀਂ ਦਿੱਤਾ ਪਰਮਾਤਮਾ ਸਬਰ ਕੀਤਾ ਹੋਇਆ। ਤੇ ਇਹ ਸਬਰ ਤੇ ਸ਼ੁਕਰ ਤੇ ਸਾਰੇ ਹੀ ਕਰ ਰਹੇ ਨੇ, ਤੇ ਫਿਰ ਉਹਨਾਂ ਦੇ ਵਿੱਚ ਤੇ ਮਨੁੱਖ ਦੇ ਵਿੱਚ ਅੰਤਰ ਕੀ ਹੈ? ਇਹ ਤੇ ਮਨਮੁਖ ਬੰਦੇ ਵੀ ਸਬਰ ਤੇ ਸ਼ੁਕਰ ਕਰ ਲੈਂਦੇ ਨੇ। ਮਾਫ ਕਰਨਾ, ਜਿਹੜੇ ਮਨੁੱਖ ਮਾੜੇ ਕਰਮ ਕਰਦੇ ਨੇ ਉਹ ਵੀ ਕਰ ਲੈਂਦੇ ਨੇ। ਮਿਲ ਜਾਵੇ ਮਾੜਾ ਕਰਮ ਨੇਪਰੇ ਚੜ੍ਹ ਜਾਵੇ ਤੇ ਠੀਕ ਹੈ, ਵਰਨਾ ਸਬਰ ਤੇ ਕਰਨਾ ਪੈਂਦਾ ਹੈ, ਕਰ ਲੈਂਦੇ ਨੇ। ਭਗਤ ਧੰਨਾ ਜੀਆਂ ਨੇ ਬੜਾ ਹੈਰਾਨੀਜਨਕ ਸ਼ਬਦ ਬੋਲਿਆ ਤੇ ਉਹ ਇੱਕਦਮ ਚੁੱਪ ਹੋ ਗਏ। ਇੱਕਦਮ ਚੁੱਪ ਹੋ ਗਏ ਕਿ ਹੁਣ ਬੋਲੀਏ ਤੇ ਕੀ ਬੋਲੀਏ, ਕਿਉਂਕਿ ਉਹਨਾਂ ਨੇ ਤੇ ਸਮਝਿਆ ਸੀ ਕਿ ਸ਼ਾਇਦ ਕੋਈ ਆਮ ਮਨੁੱਖ ਹੈ ਜਿਹੜਾ ਖੇਤੀ ਕਰਨ ਵਾਲਾ ਹੈ, ਕਿਉਂਕਿ ਦੁਨੀਆਦਾਰੀ ਦੇ ਵਿੱਚ ਕਿਸੇ ਨੂੰ ਦੇਖ ਕੇ ਹੀ, ਉਹਦੇ ਕੱਪੜਿਆਂ ਨੂੰ ਦੇਖ ਕੇ, ਉਹਦੇ ਕੰਮ ਨੂੰ ਦੇਖ ਕੇ ਮਨੁੱਖ ਅੰਦਾਜ਼ਾ ਲਾ ਲੈਂਦਾ ਹੈ।
ਉਹਦੀ ਕਿਰਤ ਕਮਾਈ ਨੂੰ ਦੇਖ ਕੇ ਅੰਦਾਜ਼ਾ ਲਾ ਲੈਂਦਾ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਉਹ ਰੱਬ ਦੇ ਪਿਆਰੇ ਅੰਦਰੋਂ ਕਿਤਨੇ ਕੁ ਵਿਦਵਾਨ ਨੇ, ਕਿਤਨੇ ਵੱਡੇ ਭਗਤ ਨੇ, ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਇਹਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ। ਦੁਨੀਆ ਰੱਬ ਦੀ ਭਗਤ ਬਣਦੀ ਵੀ ਹੈ, ਬਣਦੀ ਵੀ ਨਾਪ ਤੋਲ ਦੇ ਨਾਲ ਹੈ। ਇੰਨੇ ਕੁ ਸਮੇਂ ਵਾਸਤੇ ਰੱਬ ਦਾ ਸਿਮਰਨ ਕਰੋ, ਇੰਨੇ ਕੁ ਸਮੇਂ ਵਾਸਤੇ ਬੰਦਗੀ ਕਰੋ, ਬਾਕੀ ਸਾਰਾ ਦਿਨ ਰਾਤ ਆਪਣੇ ਕੋਲ ਹੀ ਹੈ। ਇੱਕਦਮ ਚੁੱਪ ਹੋ ਗਏ। ਭਗਤ ਧੰਨਾ ਜੀਆਂ ਨੇ ਜਦ ਉਚਾਰਨ ਕੀਤਾ ਤਾਂ ਇਹ ਸ਼ਬਦ ਤੇ ਦੁਨੀਆਦਾਰੀ ਦੇ ਵਿੱਚ ਆਮ ਵਰਤਿਆ ਜਾਂਦਾ ਹੈ ਕਿ ਜੋ ਕੁਛ ਪਰਮਾਤਮਾ ਤੂੰ ਦਿੱਤਾ ਹੈ ਤੇਰਾ ਸ਼ੁਕਰ ਹੈ, ਜੋ ਕੁਛ ਪਰਮਾਤਮਾ ਤੁਸੀਂ ਨਹੀਂ ਦਿੱਤਾ ਉਹਦੇ ਵਿੱਚ ਅਸੀਂ ਸਬਰ ਕਰੀ ਬੈਠੇ ਹਾਂ। ਸਬਰ ਤੇ ਸ਼ੁਕਰ ਇਹਨੂੰ ਬਹੁਤ ਵੱਡੀ ਮਹਾਨਤਾ ਮਿਲੀ ਹੋਈ ਹੈ। ਭਗਤ ਧੰਨਾ ਜੀਆਂ ਨੇ ਜੋ ਅਗਾਹਾਂ ਵਾਲਾ ਸ਼ਬਦ ਕਿਹਾ, ਫਿਰ ਉਹ ਕਹਿਣ ਲੱਗੇ ਧੰਨਾ ਜੀ ਅਸੀਂ ਤੇ ਤੁਹਾਡੇ ਅੱਗੇ ਝੁਕ ਗਏ ਹਾਂ। ਗੱਲ ਸਾਡੀ ਵੀ ਗਲਤ ਨਹੀਂ ਹੈ, ਗੱਲ ਤੁਹਾਡੀ ਵੀ ਗਲਤ ਨਹੀਂ ਹੈ। ਤਾਂ ਤੁਸੀਂ ਕਿਰਪਾ ਕਰਕੇ ਦੱਸੋ ਕਿ ਤੁਸੀਂ ਸਬਰ ਤੇ ਸ਼ੁਕਰ ਕਰਦੇ ਹੋ ਤੇ ਫਿਰ ਕੀ ਕਰਦੇ ਹੋ। ਭਗਤ ਧੰਨਾ ਜੀਆਂ ਨੇ ਬੜਾ ਵਧੀਆ ਸ਼ਬਦ ਉਚਾਰਨ ਕੀਤਾ। ਉਹ ਕਹਿਣ ਲੱਗੇ ਕਿ ਜਦ ਮੈਨੂੰ ਮਿਲ ਜਾਵੇ ਕੁਛ ਤੇ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ। ਪਰ ਮੈਂ ਸ਼ੁਕਰਗੁਜ਼ਾਰ ਇਸ ਵਿਸ਼ੇ ਤੇ ਹੋਣਾ ਕਿ ਜੋ ਮੈਨੂੰ ਮਿਲ ਜਾਵੇ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਉਹਨੂੰ ਮੈਂ ਵੰਡ ਕੇ ਖਾਣਾ ਜਦ ਕੋਈ ਮੈਨੂੰ ਕੁਛ ਵੀ ਮਿਲ ਜਾਵੇ। ਇਹਨੂੰ ਕਹਿੰਦੇ ਨੇ ਸ਼ੁਕਰਗੁਜ਼ਾਰ ਹੋਣਾ ਪਰਮਾਤਮਾ ਦਾ। ਜੋ ਕੁਛ ਮੈਨੂੰ ਮਿਲਿਆ ਮੈਂ ਇਕੱਲਾ ਨਹੀਂ ਖਾਂਦਾ, ਉਹਨੂੰ ਵੰਡ ਕੇ ਖਾਣਾ। ਤੇ ਜਦ ਮੈਨੂੰ ਕੋਈ ਭੋਜਨ ਮਿਲਿਆ ਉਹਨੂੰ ਮੈਂ ਵੰਡ ਕੇ ਖਾਣਾ ਤੇ ਫਿਰ ਉਹਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ, ਆਪਣੇ ਆਪ ਹੀ ਹੁੰਦਾ ਰਹਿੰਦਾ ਹੈ। ਤੋ ਜੇ ਮਨੁੱਖ ਵੰਡ ਕੇ ਖਾ ਰਿਹਾ ਹੈ, ਜੋ ਕੁਛ ਉਹਨੂੰ ਪਰਮਾਤਮਾ ਨੇ ਦਿੱਤਾ ਹੈ ਵੰਡ ਕੇ ਖਾ ਰਿਹਾ ਹੈ, ਤੋ ਫਿਰ ਉਹਦਾ ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਹੈ ਉਹਦਾ ਆਟੋਮੈਟਿਕ ਨਿਰੰਤਰ ਲਗਾਤਾਰ ਚੱਲ ਰਿਹਾ ਹੈ, ਭਾਵੇਂ ਉਹ ਆਪਣੀ ਜ਼ੁਬਾਨ ਦੇ ਵਿੱਚੋਂ ਕੁਛ ਵੀ ਨਾ ਬੋਲੇ। ਸ਼ੁਕਰਗੁਜ਼ਾਰ ਤੇ ਪਰਮਾਤਮਾ ਦਾ ਹੋ ਰਿਹਾ ਹੈ ਜਿਹੜਾ ਵੰਡ ਕੇ ਖਾ ਰਿਹਾ। ਪਰ ਮਨੁੱਖਤਾ ਜ਼ਿੰਦਗੀ ਦੇ ਵਿੱਚ ਇਹ ਕਦੀ ਨਹੀਂ ਆਉਂਦਾ ਕਿ ਮਨੁੱਖ ਨੂੰ ਜੋ ਮਿਲੇ ਇਹ ਵੰਡ ਕੇ ਖਾਵੇ। ਐਸਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦਾ। ਹਾਂ, ਜਿਹੜੀ ਮਨੁੱਖ ਤੋਂ ਮਨੁੱਖ ਸਮਝਦਾ ਕਿ ਬਹੁਤ ਛੋਟੀਆਂ ਜ਼ਿੰਦਗੀਆਂ ਨੇ ਉਹ ਵੰਡ ਕੇ ਅਕਸਰ ਖਾਂਦੀਆਂ ਨੇ, ਸ਼ੁਕਰਗੁਜ਼ਾਰ ਦੇ ਵਿੱਚ ਰਹਿੰਦੀਆਂ ਨੇ। ਮਨੁੱਖ ਨੂੰ ਕਿਤੇ ਦੱਸ ਪੈ ਜਾਵੇ ਕਿ ਫਲਾਣੇ ਥਾਂ ਤੇ ਇੰਨਾ ਧਨ ਪਿਆ ਹੈ, ਮਨੁੱਖ ਉਸ ਮਨੁੱਖ ਨੂੰ ਕਹਿ ਦਿੰਦਾ ਕਿ ਹੁਣ ਤੂੰ ਕਿਸੇ ਨੂੰ ਹੋਰ ਨਾ ਦੱਸੀ, ਉਸ ਧਨ ਨੂੰ ਮੈਂ ਚੁੱਕ ਲਵਾਂਗਾ। ਤੇ ਉਹਨੂੰ ਚੁੱਕਣ ਵਾਸਤੇ ਕਿੰਨਿਆਂ ਨੂੰ ਨਾਲ ਲੈ ਕੇ ਜਾਂਦਾ ਹੈ? ਸਿਰਫ ਇਕੱਲਾ ਜਾਂਦਾ ਹੈ ਕਿ ਕੇਵਲ ਇਹ ਸਾਰੇ ਦਾ ਸਾਰਾ ਧਨ, ਇਹ ਸਾਰੇ ਦੇ ਸਾਰੇ ਪਦਾਰਥ ਜਿਹੜੇ ਨੇ ਉਹ ਇਕੱਲੇ ਨੂੰ ਮੈਨੂੰ ਮਿਲ ਜਾਣ, ਬਾਕੀ ਨੂੰ ਕਿਸੇ ਨੂੰ ਨਾ ਮਿਲਣ। ਮਨੁੱਖ ਦੀ ਜ਼ਿੰਦਗੀ ਦੀ ਇਹ ਫਿਦਰਤ ਬਣੀ ਹੋਈ ਹੈ। ਔਰ ਇਸ ਤੋਂ ਵੀ ਜਿਹੜੀ ਬਹੁਤ ਛੋਟੀਆਂ ਜ਼ਿੰਦਗੀਆਂ ਜਿਸ ਨੂੰ ਮੰਨਿਆ ਜਾਂਦਾ ਹੈ, ਇੱਕ ਕੀੜੀ ਨੂੰ ਜਦ ਮਿਠਾਸ ਮਿਲ ਜਾਵੇ ਨਾ, ਇੱਕ ਜਗ੍ਹਾ ਤੋਂ ਸੁਗੰਧੀ ਆ ਜਾਵੇ ਤੇ ਕੀੜੀ ਕਦੇ ਵਾਸਤੇ ਮਿਠਾਸ ਨੂੰ ਚੱਕਣ ਵਾਸਤੇ ਇਕੱਲੀ ਨਹੀਂ ਜਾਂਦੀ। ਕਿਹਨੂੰ ਨਾਲ ਲਿਜਾਂਦੀ ਹੈ? ਜਿੰਨੀਆਂ ਭਾਉਣ ਦੇ ਵਿੱਚ ਕੀੜੀਆਂ ਨੇ ਇਹਨਾਂ ਸਾਰੀਆਂ ਨੂੰ ਇੱਕ ਜਾਣੀ ਨਾਲ ਲੈ ਕੇ ਤੁਰਦੀ ਹੈ। ਫਿਰ ਇੱਕ ਲਾਈਨ ਬਣਾ ਲੈਂਦੇ ਨੇ ਜਾਣ ਦੀ, ਇੱਕ ਲਾਈਨ ਬਣਾ ਲੈਂਦੇ ਨੇ ਆਉਣ ਦੀ। ਉਹ ਇੱਕ ਕੀੜੀ ਨੂੰ ਭੋਜਨ ਮਿਲਿਆ
पर वो इकल्ली नहीं गई, उन्हें अपनियां बाकण दियां बाकी दियां साथनां नूं नाल लैके सारियां नूं नाल लैके भोजन लैण वास्ते गई है कि आओ आपां चलीए फलानी जगह ते मैनूं पता लग्या कि भोजन अपने वास्ते पिया है। कीड़ियां दे ये भाण ते आम देखण नूं मिलदा है कि जद भी अपने घरां दे विच मिठास वाली कोई चीज़ हुंदी है ना, उत्थे एक कीड़ी नहीं मिलेगी तुहानूं, बाकी दियां सारियां कीड़ियां नाल नाल चलणगियां, उसने इकल्ली नहीं जाती। जो मिले है उहदा शुकराना मनुख कर रहा है, तो उहदा शुकराना एक कीड़ी भी कर रही है कि वह इकल्ली नहीं खाना चाहती, बाकियां नूं भी नाल खवाउंदी है, नाल लैके चलती है। ते मनुख जद किते कुछ मिलता है, धन मिले, पदार्थ मिलन, ये हमेशा ही बड़ी सोझ बूझ दे नाल इकल्ला छकना चाहता है उसनूं कि इकल्ला मिले। तो फिर इत्थे जाके मनुखा जिहड़ी जिंदगी है वो कीड़ियां दे नालों भी मनुख दी जिंदगी बहुत छोटी हो जाती है। भावें शरीर वड्डा है, कीड़ी दा शरीर की है, भावें मनुखता दा शरीर बड़ा वड्डा है, बड़ा कुछ इहदे कोल है, पर जिंदगी शुकराने दे पक्ष तो मनुख दी जिंदगी कीड़ी तो छोटी भी रह जाती है कि जदों परमात्मा दा शुकराना करना ते उस पक्ष ते जाके एक कीड़ी दी जिंदगी वड्डी हो जाती है, मनुख दी जिंदगी छोटी रह जाती है। भगत धन्ना जी कहन लगे मैं शुकराना करदा परमात्मा दा कि जो भी मैनू मिले पदार्थ मिलन उन्हों हमेशा मैं वंड के खाना। ते अगे उन्हां दा सवाल सी, कहंदे भगत जी जे ना मिले फिर? भगत धन्ना जी कहन लगे जे कुछ ना मिले फिर मैं परमात्मा दे अगे अरदास करदा। जे कुछ ना मिले फिर मैं परमात्मा दे अगे अरदास करदा। जे मिलिया तां वंड के खादा, जे ना मिलिया फिर परमात्मा अगे अरदास की। गुरमत इसे कारण करके गुरमत जिहड़ी है वो सारे धर्मां दे न्यारों, सारे धर्मां दे नालों न्यारी है, वखरा रस्ता है, इसे कारण करके है। फिर अरदास है, अरदास मैं परमात्मा दे अगे करदा रहना। इनू सबर अते शुक्र, शुक्र गुजार हो जाना परमात्मा दा जद पदार्थ दिते जाते हैं उन्होंने मैं वंड के खाना। तो जिथे सबर की गल आ जाती है उथे अरदास करदा। ये दोने जिहड़े लफ्ज ने सबर अते शुक्र दा, ये दोने दे दोने लफ्ज गुरमत के अनुसार भगत धन्ना जिया ने इंज समझाने कीते ने कि जे परमात्मा का शुकराना करना होवे ते मनुख ते बड़ा चार चफेरियां तो धन की लुट मार करके इकट्ठा करके धन फिर परमात्मा का शुक्रगुजार हुंदा है, फिर परमात्मा का शुक्रगुजार हुंदा है। ते जो परमात्मा ने कहा उन्होंने मनता नहीं है, क्योंकि परमात्मा इहो ही गल कहंदे ने, ठगी मारनी छड्ड, चोरी करनी छड्ड दे, बेईमानी करनी छड्ड दे, हंकार करना छड्ड, क्रोध नूं छड्ड, काम नूं अपने वस दे विच रख। बेईमानी करनी, ठगी करनी, चोरी करनी, ये सारियां चीज़ां छड्ड के तू गुरमत दे विच आएगा। मनुख दो चार चीज़ां खाण पीण वालियां छड्ड के कहंदा मैं तो हुण गुरु दा सिख बन गया, मैं हुण रब का प्यारा बन गया। तो रब गुरु ग्रंथ साहिब जी महाराज ये कहते हैं जो तैनू छड्डण वास्ते कह रहे हैं, जो छड्डना सो अस्थिर करमाना है, जो होवन सो दूर पराना है।
ਜਿਹੜਾ ਤੈਨੂੰ ਕਿਹਾ ਸੀ ਕਿ ਤੂੰ ਛੱਡ ਦੇ, ਅਸਥਿਰ ਕਰ ਮਨ ਹੈ ਜੋ ਛੱਡਣਾ। ਜਿਹੜਾ ਤੂੰ ਛੱਡਣਾ ਸੀ ਉਹਨੂੰ ਤਾਂ ਬੜਾ ਗਹਿਰਾ ਲੈ ਲਿਆ, ਤੂੰ ਆਪਣੇ ਕੋਲ ਰੱਖ ਰਿਹਾ ਹੈ, 24 ਘੰਟੇ ਆਪਣੇ ਤੋਂ ਪਾਸੇ ਨਹੀਂ ਜਾਣ ਦੇ ਰਿਹਾ। ਜੋ ਛੱਡਣਾ ਸੋ ਅਸਥਿਰ ਕਰ ਮਨ ਹੈ, ਜੋ ਹੋਵਣ ਸੋ ਦੂਰ ਪਰਨ ਹੈ। ਜਿਹੜਾ ਤੈਨੂੰ ਕਿਹਾ ਸੀ ਕਿ ਤੂੰ ਆਪਣੇ ਕੋਲ ਰੱਖਣਾ ਹੈ ਉਹਨੂੰ ਤੇ ਤੂੰ ਦੂਰ ਕਰ ਦਿੱਤਾ, ਜਿਹਨੂੰ ਦੂਰ ਕਰਨਾ ਸੀ ਉਹਨੂੰ ਤੂੰ ਆਪਣੇ ਕੋਲੇ ਕਰ ਲਿਆ। ਬੇਈਮਾਨੀ ਨੂੰ ਬੜੀ ਚਤਰ ਚਲਾਕੀ ਦੇ ਨਾਲ ਕਰਦਾ ਹੈ। ਬੇਈਮਾਨੀ ਨੂੰ ਬੜੀ ਜਗ੍ਹਾ ਦਿੱਤੀ ਹੋਈ ਹੈ ਆਪਣੇ ਅੰਦਰ ਸਾਂਭ ਕੇ ਰੱਖਣ ਵਾਸਤੇ, ਬੜੀ ਜਗ੍ਹਾ ਮਿਲੀ ਹੈ ਉਸ ਨੂੰ। ਬੇਈਮਾਨੀ ਕਰਦਾ ਮਨੁੱਖ, ਉਸ ਦਾ ਪਹਿਲੇ ਪਤਾ ਨਹੀਂ ਲੱਗਦਾ, ਜਦੋਂ ਬੇਈਮਾਨੀ ਕਰ ਲੈਂਦੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਤੋ ਬੜੀ ਚਤਰ ਚਲਾਕੀ ਦੇ ਨਾਲ ਕਰ ਗਿਆ। ਤੇ ਜੇ ਚਤਰ ਚਲਾਕੀਆਂ ਕਰਦਾ ਹੈ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰ ਚਲਾਕੀਆਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਤੇ ਜਿੰਨਾ ਮਨ ਚੰਚਲ ਹੈ ਓਨਾ ਹੀ ਇਸ ਮਨੁੱਖ ਦੀ ਯਾਦਾਸ਼ਤ ਕਮਜ਼ੋਰ ਹੈ। ਜਿੰਨਾ ਮਨ ਚੰਚਲ ਓਨੀ ਯਾਦਾਸ਼ਤ ਕਮਜ਼ੋਰ। ਕਿੰਨੀ ਕੁ ਕਮਜ਼ੋਰ ਹੈ? ਇੱਥੋਂ ਗੁਰੂ ਦੀ ਗੱਲ ਸੁਣ ਲਈ, 10 ਕਦਮਾਂ ਪੱਟੀਆਂ ਤੇ ਗੁਰੂ ਦੀ ਗੱਲ ਭੁੱਲ ਗਿਆ। ਤਾਂ ਸਮਝ ਲੈਣਾ ਕਿ ਮਨ ਚੰਚਲ ਹੈ, ਇਹ ਚਤਰਾਈਆਂ ਕਰਦਾ ਹੈ। ਕੇਵਲ ਤੇ ਕੇਵਲ ਸਮਾਜ ਦੇ ਵਿੱਚ ਹੀ ਚਤਰਾਈਆਂ ਨਹੀਂ ਕਰਦਾ, ਇਹ ਗੁਰੂ ਦੇ ਨਾਲ ਵੀ ਚਤਰਾਈਆਂ ਕਰਦਾ ਹੈ। ਇਸੇ ਲਈ ਜੇ ਮਨ ਚੰਚਲ ਹੈ, ਚਤਰਾਈਆਂ ਕਰਦਾ ਹੈ, ਤਾਂ ਇਹਦੀ ਯਾਦਾਸ਼ਤ ਇੰਨੀ ਕਮਜ਼ੋਰ ਹੋ ਗਈ ਹੈ ਕਿ ਹੁਣ ਗੁਰੂ ਦੀ ਗੱਲ ਇਹਦੇ ਚੇਤੇ ਵਿੱਚ ਨਹੀਂ ਰਹਿ ਰਹੀ। ਰਹੇ ਕਿੱਥੇ? ਕੋਈ ਜਗ੍ਹਾ ਤੇ ਮਿਲੇ, ਕੋਈ ਆਸਣ ਤੇ ਹੋਵੇ ਜਿੱਥੇ ਗੁਰੂ ਦੀ ਗੱਲ ਦਾ ਆਸਣ ਮਨੁੱਖ ਨੇ ਲਾਇਆ ਹੋਵੇ, ਜਿੱਥੇ ਗੁਰੂ ਦਾ ਸ਼ਬਦ ਆਪਣਾ ਬੈਠ ਕੇ ਪ੍ਰਕਾਸ਼ ਛੱਡੇ। ਉਹ ਤੇ ਜਗ੍ਹਾ ਹੀ ਨਹੀਂ ਬਣੀ। ਜਗ੍ਹਾ ਤੇ ਬਣਾਉਣੀ ਪੈਂਦੀ ਹੈ। ਜਦ ਕੋਈ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਆਉਣੇ ਹੋਣ ਤੇ ਉਹਦੇ ਵਾਸਤੇ ਜਗ੍ਹਾ ਤੇ ਤਿਆਰ ਕਰਨੀ ਪੈਂਦੀ ਹੈ। ਕਿੱਥੇ ਬੈਠਣਗੇ, ਕੀ ਭੋਜਨ ਛਕਾਉਣਾ ਹੈ, ਆਰਾਮ ਕਿੱਥੇ ਕਰਨਗੇ, ਸਾਰੀ ਬੰਦੋਬਸਤ ਕਰਨਾ ਪੈਂਦਾ ਹੈ। ਗੁਰੂ ਦੇ ਸ਼ਬਦ ਵਾਸਤੇ ਵੀ ਮਨੁੱਖਾ ਸਰੀਰ ਦੇ ਅੰਦਰ ਇੱਕ ਬੰਦੋਬਸਤ ਕਰਨਾ ਪੈਂਦਾ ਹੈ, ਜਿਹੜਾ ਆਸਣ ਲਾਉਣਾ ਪੈਂਦਾ ਹੈ ਮਨੁੱਖ ਦੇ ਅੰਦਰ। ਆਸਣ ਜਿੱਥੇ ਗੁਰੂ ਦਾ ਸ਼ਬਦ ਟਿਕ ਸਕੇ। ਤੇ ਗੁਰੂ ਦੇ ਸ਼ਬਦ ਟਿਕਾਉਣ ਵਾਸਤੇ ਕੋਈ ਆਸਣ ਤੇ ਲਾਇਆ ਨਹੀਂ ਹੈ। ਭੱਜਾ ਨੱਠੀ ਦੇ ਵਿੱਚ ਕਹਿੰਦਾ ਗੁਰੂ ਮਿਲ ਜਾਵੇ, ਗੁਰੂ ਮਿਲ ਜਾਵੇ। ਫਿਰ ਗੁਰੂ ਕਿੱਥੋਂ ਮਿਲਦਾ ਹੈ? ਕਿਸੇ ਵੀ ਜਗ੍ਹਾ ਤੋਂ ਨਹੀਂ ਮਿਲਦਾ। ਇੱਕ ਜਗ੍ਹਾ ਤੇ ਗਿਆ, ਉੱਥੋਂ ਵੀ ਨਹੀਂ ਮਿਲਿਆ। ਫਿਰ ਉਹ ਜਗ੍ਹਾ ਛੱਡ ਦਿੱਤੀ, ਦੂਸਰੀ ਜਗ੍ਹਾ ਤੇ ਗਿਆ, ਉੱਥੇ ਵੀ ਗੁਰੂ ਦਾ ਸ਼ਬਦ ਨਹੀਂ ਮਿਲਿਆ। ਕਿਸੇ ਵੀ ਜਗ੍ਹਾ ਤੋਂ ਗੁਰੂ ਦਾ ਸ਼ਬਦ ਇਹਨੂੰ ਨਹੀਂ ਮਿਲਦਾ। ਜਦ ਗੁਰੂ ਦਾ ਸ਼ਬਦ ਮਿਲਦਾ ਹੈ ਤੇ ਧੰਨੇ ਜੱਟ ਨੂੰ ਗੁਰੂ ਦਾ ਸ਼ਬਦ ਕਿੱਥੋਂ ਮਿਲ ਗਿਆ? ਰਾਮਾਨੰਦ ਜੀਆਂ ਦੇ ਇਹ ਉਪਾਸ਼ਕ ਸਨ, ਉਹਨਾਂ ਦੇ ਚੇਲੇ ਸਨ, ਤੇ ਇਹਨਾਂ ਨੇ ਪੱਥਰ ਦੇ ਵਿੱਚੋਂ ਵੀ ਪਰਮਾਤਮਾ ਨੂੰ ਪਾ ਲਿਆ ਸੀ ਜਦੋਂ ਮਿਲਿਆ। ਪਰ ਮਨ ਚੰਚਲ ਨਾ ਹੋਵੇ। ਜਿਹੜੀ ਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਅਸੀਂ ਆਨੰਦ ਸਾਹਿਬ ਦਾ ਪਾਠ ਨਿੱਤ ਸੁਣਦੇ ਹਾਂ, ਨਿੱਤ ਕਰਦੇ ਹਾਂ, ਸੁਣਦੇ ਵੀ ਹਾਂ। ਪਰ ਸੁਣਦੇ ਉਹਨੂੰ ਐਸ ਢੰਗ ਤਰੀਕੇ ਦੇ ਨਾਲ ਆ ਕਿ ਅਸੀਂ ਸੁਣ ਵੀ ਲਈਏ ਪਰ ਮੰਨਣਾ ਕੁਛ ਨਹੀਂ ਹੈ। ਗੁਰਦੁਆਰੇ ਦੇ ਵਿੱਚ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦਾ ਆਨੰਦ ਸਾਹਿਬ ਦਾ ਪਾਠ ਹੋਇਆ ਹੋਵੇ ਤੇ ਫਿਰ ਉਹ ਦੁਪਹਿਰ ਤੱਕ ਮਨੁੱਖ ਦੇ ਯਾਦ ਨਹੀਂ ਰਹਿੰਦਾ। ਪਰ ਕਮਾਲ ਦੀ ਗੱਲ ਹੈ ਕਿ ਤੜਕੇ ਕੱਦੂਆਂ ਦੀ ਲੌਸਮੈਂਟ ਕਰ ਦਿਓ, ਸ਼ਾਮ ਤੱਕ ਯਾਦ ਰਹਿਣਗੇ ਵੀ 20 ਰੁਪਏ ਕਿਲੋ ਕੱਦੂ ਵਿਕਣ ਆਏ ਸੀ ਗੁਰਦੁਆਰੇ ਸ਼ਾਮ ਤੱਕ। ਜੇ ਸ਼ਾਮ ਨੂੰ ਕੋਈ ਮਹਿੰਗਾ ਆ ਜੇ ਨਾ, ਉਹਨੂੰ ਫੱਟ ਦੱਸ ਦਿੰਦੇ ਵੀ ਤੜਕੇ ਤੇ 20 ਰੁਪਏ ਕਿਲੋ ਵਿਕਦੇ ਸੀ, ਤੂੰ 30 ਰੁਪਏ ਕਿਲੋ ਕਿਉਂ ਲਾਉਂਦਾ? ਉਹ ਯਾਦ ਹੈ। ਤੋ ਇਸ ਤੋਂ ਮਤਲਬ ਹੈ ਕਿ ਅਸੀਂ ਹਜੇ ਤੱਕ ਗੁਰੂ ਦੇ ਸ਼ਬਦ ਦੇ ਗਾਹਕ ਨਹੀਂ ਬਣੇ। ਸਾਰੀ ਜ਼ਿੰਦਗੀ ਬਤੀਤ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਾਪ ਸਾਹਿਬ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ ਜਪਜੀ ਸਾਹਿਬ, ਆਨੰਦ ਸਾਹਿਬ ਦਾ ਪਾਠ ਹਜੇ ਤੱਕ ਯਾਦ ਨਹੀਂ ਹੋਇਆ। ਗਜਬ ਦੀ ਗੱਲ ਹੈ ਕਿ ਬੰਦਾ 70 ਸਾਲਾਂ ਤੱਕ ਮਨੁੱਖਤਾ ਦੀਆਂ ਗੱਲਾਂ ਯਾਦ ਰੱਖ ਲੈਂਦਾ ਹੈ ਕਿ 70 ਸਾਲ ਪਹਿਲੇ ਇਹ ਹੋਇਆ ਸੀ, 50 ਸਾਲ ਪਹਿਲੇ ਆਹ ਹੋਇਆ ਸੀ, 25 ਸਾਲ ਪਹਿਲਾਂ ਆਹ ਕੁਛ ਹੋਇਆ ਸੀ, 10 ਸਾਲ ਪਹਿਲਾਂ ਆਹ ਹੋਇਆ ਸੀ, ਸਾਲ ਪਹਿਲਾਂ ਆਹ ਕੁਛ ਹੋਇਆ ਸੀ। ਸਭ ਕੁਛ ਮਨੁੱਖ ਦੇ ਯਾਦ ਹੈ। ਤੋ ਇਸ ਤੋਂ ਭਾਵ ਹੈ ਕਿ ਮਨ ਜਿਹੜਾ ਹੈ ਇਹ ਚੰਚਲ ਹੈ,
ये गुरु नूं मनदा नहीं है, गुरु दे नाल चतर चलाकियां करदा है, चतर चलाकियां करदा है। ते चतर चलाकियां दा करके जिहड़ा गुरु दा असली ज्ञान है उस तो मनुख जिहड़ा है वो वांझा रह जाता है, गुरु दे असली ज्ञान तो वांझा रह जाता है। जदों ये समाज दे विच सारे समाज दे विच चतर चलाकियां करदा ते फिर गुरु दे नाल भी चलाकियां ही करदा रहिंदा है, ते फिर इस असली ज्ञान तो जिहड़ा है वो मनुख वांझा रह जाता है। ते जदों गुरु दे असली ज्ञान तो वांझा रह गया, बाकी सारियां गल्लां नूं ये प्रवान कर लूगा, गुरु दे शब्द नूं प्रवान करदा ही नहीं। मनुख नूं वारी वारी कहना पैंदा है कि सिमरन कर लै, बंदगी कर लै, वारी वारी कहना पैंदा है। कदे मनुख नूं कहना पिया भी तू चोरी कर लै, अपने आप करदा, तू चतर चलाकियां कर, अपने आप करदा, तू बेईमानी कर। दुनिया का 700 धर्म है, 18,000 ग्रंथ है, कोई धर्म कोई ग्रंथ ये गल की गवाही नहीं भरदा तू बेईमानी कर, पर मनुख ते करदा। कोई धर्म कोई ग्रंथ नहीं कहता कि तू चतर चलाकियां कर, ठगियां कर, चोरी कर। ये गल्लां कोई धर्म नहीं कह रहा, तो मनुख ते सारियां गल्लां बड़े सुचज्जे ढंग दे नाल कर रहे। तो फिर जे ये सारियां गल्लां मनुख कर रहा है तो हजे तक इन्हें गुरु दे शब्द नूं सुनिया नहीं है। सुनिया भी ऐसा सी कि एक कान विच दी सुन लिया ते दूजे कान विच दी इन्हें गुरु दे शब्द नूं कढ़ दिता। कमाल दी गल ते उदों बनदी है कि जदों मनुख अमृत वेले दा जपिया होया नाम मनुख दे संध्या दे टाइम तक चेते नहीं रहिंदा, चेते नहीं रहिंदा, पर 20-20 साल दियां गल्लां चेते रह जांदियां ने, चेते रहिंदियां ने। ये ते जेड़े कोई गुरु दे शब्द दे नाल जुड़ जांदे ने, वरना ते ये जिहड़ा साडे वाला लाना है, ये साडे वाले लाने कोल तां बहुत वड्डियां गल्लां जिहड़ियां बड़ियां सांभ रखियां होईयां ने, बड़ियां सांभ के सारियां गल्लां इन्हां दे चेते ने। किन्ने गुरुद्वारे दे विच बाबे आए, किन्ना किन्ना टाइम रहे, की कुछ वो करते रहे, किहड़ा बाबा कित्थों आया सी, किन्ना टाइम रहा, की वो खांदा रहा, की वो पहनदा हुंदा सी, कदों वो गया, किहड़े कारण करके गया, सारियां गल्लां ये लाने दे बिल्कुल चेते ने। ते जे किसी नूं पुछ लईए कि तू किहड़े गुरु दा किहड़े शब्द दा अभ्यास करदा है, तू वो बाबियां नूं चेते है तेरे बाबे, तू बाबे नानक दे नाल नेहो लाया, बाबे नानक दी गल कोई सुना, उत्थे बंदा चुप हो जाता है कि बाबे नानक दी गल दा ते कोई पता नहीं। तो इहदा मतलब कि चतर चलाकियां करदा है, समाज नाल नहीं रब दे नाल भी करदा है, रब नूं मनदा भी है ते रब नूं मन भी नहीं रहा, दोने गल्लां करदा है। सलाम जवाब दोवे करे, मुंडों कुत्था जाए, दोवें करदा है, सलाम भी आप करदा है, जवाब भी आपे दिंदा है, मत्था भी आपे टेकदा ते वड्डा सहागण भी आपे ही, सारा कुछ आपे करी जांदा है। चतराई जिन्ना मन चंचल है, चतरियां चतराइयां करदा है, उन्नी मनुख दी गुरु दे शब्द प्रति यादाश्त कमजोर रहेगी। जिद्दें छड़दियां चतर चलाकियां, अंदरों करनी छड़ती बेईमानी, ठगी, चोरी, ये सारा कुछ जिस दिन करना छड़ दिता, उदे अंदर मनुख दे एक आसन लग जूगा जिथे गुरु दा शब्द टिकूगा, उस दिन आसन लगूगा, ते उस तो पहला आसन नहीं लगेगा। तो गुरु ने कहा, भगत धन्ना जी ने ये उच्चारण किया, कहन लगे जदों मैनू कुछ मिल जाए वो मैं सारा कुछ वंड के छकदा, जब मैं वंडना तो परमात्मा का शुकराना हो जाता है, जब ना मिले तो मैं फिर की करदा, गुरु के अगे अरदास करदा, फिर अरदास करदा जब ना मिले। सबर ते शुकर तो भी वड्डी गल भगत धन्ना जी ने उन्हां साधुआं नूं दसी है। तो कमाल की गल है, गुरु ग्रंथ साहिब जी महाराज जियां दे विच शब्द आए ने, भगतां की श्रेणी दे विचों शब्द आए ने भगत धन्ना जियां दे। गुरु साहिब जी महाराज जियां दा
शुकराना किवें करना है, सबर किवें करना है, शुक्र किवें करना है, अरदास किवें करनी है, ये सब कुछ गुरु दे शब्द दे विच है। सब कुछ गुरु ग्रंथ साहिब जी महाराज जी ने जिहड़ा है हर एक मनुखता दी झोली दे विच पाया। हाँ, मनुख नूं इक्को गल कही है कि तू केवल गुरु दे कोल आउणा है, केवल आउणा है। जदों तू अपने घर दे विच आ गया तैनूं सारा कुछ तेरे घर दे विचों प्राप्त हो जाएगा। जिवें मनुख सारे दिन का थक्या आक्या अपने घर विच जांदा है, उहनूं चंगे वस्त्र भी मिल जाते हैं, भोजन पानी भी मिलता है, इशनान पाण वास्ते पानी भी मिल जाता है, सारी सहूलत घर दे विच जाके मिलती है। तो गुरु साहिब जी महाराज कहते मेरे मन परदेसी वे प्यारे आओ करे, केवल तू अपने घर दे विच आ जा, तैनूं सारा कुछ मिल जाएगा। जिन्नियां तेरियां बुराइयां ने ये सारी दियां सारियां गुरु का शब्द कढ़ के बाहर सुट देवेगा। तो गुरु साहिब जी महाराज जी की महान बख्शिश अकाल पुरख महाराज जी ने जिन्ने शब्द गुरबाणी दे विच बख्शिश कीते ने, एक एक शब्द दे हज़ारां करोड़ां अर्थ भी कीते जाण तां भी घट ने। तो गुरु साहिब जी महाराज कृपा करन, अपना जिहड़ा है समाप्ति का समा इत्थे ही हो गया। गुरु साहिब जी महाराज महान कृपा रखते हैं। गुरु साहिब कृपा रखन कि साडी जिहड़ी याददाश्त है ये कमज़ोर ना होवे, तो सारे पासियां तो ध्यान हटा के गुरु दे शब्द दे वल ध्यान दिता जाए, सारे पासियां तो ध्यान हटा के। तो जे गुरु दे शब्द दे वल ध्यान देवांगे तो गुरु दा शब्द जन्म जन्म के इस मन को मल लागी, काला हुआ स्याहो खनड़ी धोती उजली ना होवे, जे सौ धोवन पाहो। जिहड़ी जन्मा जन्मां दी मैल मनुख दे अंदर लगी हुई है उहनूं गुरु दा शब्द पट पट के बाहर सुट देवेगा। अगरवाइज जे गुरु दे शब्द नूं असीं जगह देवांगे, सिमरन करांगे, बंदगी करांगे, गल सिमरन अते बंदगी ते खड़ी है। गुरु साहिब जी महाराज कृपा करन। समाप्ति का टाइम, भुल्लां चुक्कां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।